Hello students, now we are going to start the second topic of regarding Robert Clive. ਰੋਬਰਟ ਕਲਾਈਵ ਦੇ ਪਹਿਲੇ ਗਵਰਨਰੀ ਦੇ ਸ਼ਾਸਨਕਾਲ ਬਾਰੇ ਅਸੀਂ ਅੱਜ ਜਾਣਕਾਰੀ ਹਾਸਲ ਕਰਾਂਗੇ ਕਿ ਰੋਬਰਟ ਕਲਾਈਵ ਜਿਹੜਾ ਸੀ ਉਹ ਕਿਸ ਤਰ੍ਹਾਂ ਦੇ ਨਾਲ ਬੰਗਾਲ ਦਾ ਨਵਾਬ ਬਣਿਆ। ਜੂਨ 1757 ਈਸਵੀ ਦੇ ਵਿੱਚ ਪਲਾਸੀ ਦੀ ਲੜਾਈ ਵਿੱਚ ਸਿਰਾਜੂਦੌਲਾ ਨੂੰ ਹਰਾਉਣ ਤੋਂ ਬਾਅਦ ਉਸ ਤੋਂ ਬਾਅਦ ਕੰਪਨੀ ਨੇ ਖੁਸ਼ ਹੋ ਕੇ ਕਲਾਈਵ ਨੂੰ ਬੰਗਾਲ ਦਾ ਗਵਰਨਰ ਬਣਾ ਦਿੱਤਾ। ਉਸ ਤੋਂ ਬਾਅਦ 1757 ਈਸਵੀ ਤੋਂ ਲੈ ਕੇ 1760 ਈਸਵੀ ਤੱਕ ਕਲਾਈਵ ਜਿਹੜਾ ਸੀ ਉਹ ਬੰਗਾਲ ਦੇ ਗਵਰਨਰ ਦੇ ਰੂਪ ਵਿੱਚ ਕੰਮ ਕਰਦਾ ਰਿਹਾ ਔਰ ਉਸ ਟਾਈਮ 'ਤੇ ਉਹਨੇ ਕਿਹੜੇ ਕੰਮ ਕੀਤੇ ਉਹਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਫਸਟ ਪੁਆਇੰਟ ਹੈ ਅਲੀ ਗੌਹਰ ਦੀ ਹਾਰ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਲੀ ਗੌਹਰ ਜਿਹੜਾ ਸੀ ਉਹ ਕੌਣ ਸੀ। ਤੁਹਾਡੀ ਜਾਣਕਾਰੀ ਲਈ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਦਿੱਲੀ ਦੀ ਸਿਆਸਤ ਦਾ, ਕਿਉਂਕਿ ਦਿੱਲੀ ਵਿੱਚ ਮੁਗਲ ਸ਼ਾਸਕਾਂ ਦਾ ਰਾਜ ਸੀ ਔਰ ਦਿੱਲੀ ਦਾ ਰਾਜਕੁਮਾਰ ਸੀ ਅਲੀ ਗੌਹਰ, ਅਤੇ ਇੱਧਰਲੀ ਸਾਈਡ ਸੀ ਅਵਧ ਜਿਹੜਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਪ੍ਰੈਜ਼ੈਂਟ ਟਾਈਮ ਦੇ ਵਿੱਚ ਆਉਂਦਾ ਆ। ਅਵਧ ਦਾ ਨਵਾਬ ਸੀ ਸੁਜਾਉਦੌਲਾ। ਅਲੀ ਗੌਹਰ ਨੇ ਅਵਧ ਦੇ ਨਵਾਬ ਸੁਜਾਉਦੌਲਾ ਦੇ ਨਾਲ ਮਿਲ ਕੇ ਬਿਹਾਰ ਦੇ ਉੱਤੇ ਹਮਲਾ ਕਰ ਦਿੱਤਾ। ਬਿਹਾਰ, ਬੰਗਾਲ ਅਤੇ ਉੜੀਸਾ ਇਹਦਾ ਸਾਂਝਾ ਗਵਰਨਰ ਜਿਹੜਾ ਸੀ, ਸਾਂਝਾ ਨਵਾਬ ਸੀ ਮੀਰ ਜ਼ਾਫਰ। ਜਿਵੇਂ ਕਿ ਆਪਾਂ ਪੜ੍ਹਿਆ ਸੀ ਕਿ ਪਲਾਸੀ ਦੀ ਲੜਾਈ ਵਿੱਚ ਮੀਰ ਜ਼ਾਫਰ ਜਿਹੜਾ ਕਿ ਨਵਾਬ ਸਿਰਾਜੂਦੌਲਾ ਦਾ ਸੈਨਾਪਤੀ ਸੀ, ਉਸ ਨੂੰ ਪਲਾਸੀ ਦੀ ਲੜਾਈ ਤੋਂ ਬਾਅਦ ਬੰਗਾਲ ਦਾ ਨਵਾਂ ਨਵਾਬ ਜਿਹੜਾ ਸੀ ਉਹ ਬਣਾਇਆ ਗਿਆ ਸੀਗਾ। ਸੋ ਮੀਰ ਜ਼ਾਫਰ ਜਿਹੜਾ ਸੀ ਹੁਣ ਘਬਰਾ ਗਿਆ ਸੀ ਕਿਉਂਕਿ ਅਲੀ ਗੌਹਰ ਅਤੇ ਅਵਧ ਦੇ ਨਵਾਬ ਦੀਆਂ ਸੈਨਾਵਾਂ ਨੇ ਮਿਲ ਕੇ ਬਿਹਾਰ ਦੇ ਉੱਤੇ ਹਮਲਾ ਕਰ ਦਿੱਤਾ। ਇਸ ਟਾਈਮ ਦੇ ਉੱਤੇ ਕਲਾਈਵ ਨੇ ਸੋਚਿਆ ਕਿ ਕਿਉਂ ਨਾ ਮੀਰ ਜ਼ਾਫਰ ਦੀ ਮਦਦ ਕੀਤੀ ਜਾਵੇ, ਕਿਉਂਕਿ ਕਲਾਈਵ ਜਿਹੜਾ ਸੀ ਉਹ ਵੈਸੇ ਵੀ ਬੰਗਾਲ ਦਾ ਗਵਰਨਰ ਸੀਗਾ। ਇਸ ਕਰਕੇ ਕਲਾਈਵ ਨੇ ਆਪਣੀ ਸੈਨਾ ਲੈ ਕੇ ਬਿਹਾਰ ਵੱਲ ਕੂਚ ਕੀਤਾ ਔਰ ਉਸਨੇ ਇੰਨੀ ਜਲਦੀ ਨਾਲ ਕੂਚ ਕੀਤਾ ਕਿ ਰਾਜਕੁਮਾਰ ਅਲੀ ਗੌਹਰ ਅਤੇ ਅਵਧ ਦੇ ਨਵਾਬ ਸੁਜਾਉਦੌਲਾ ਨੂੰ ਜਿਹੜਾ ਸੀ ਉਹ ਪਿੱਛੇ ਹਟਣਾ ਪਿਆ। ਇਸ ਤਰ੍ਹਾਂ ਦੇ ਨਾਲ ਬਿਹਾਰ ਨੂੰ ਸੁਰੱਖਿਅਤ ਕਰਨ ਦੇ ਵਿੱਚ ਕਲਾਈਵ ਜਿਹੜਾ ਸੀ ਉਹ ਕਾਮਯਾਬ ਹੋਇਆ ਅਤੇ ਉਹਨੇ ਮੀਰ ਜ਼ਾਫਰ ਦੀ ਕਾਫੀ ਮਦਦ ਕੀਤੀ। ਮੀਰ ਜ਼ਾਫਰ ਨੇ ਕਲਾਈਵ ਤੋਂ ਖੁਸ਼ ਹੋ ਕੇ ਉਸ ਨੂੰ ਇੱਕ ਜਗੀਰ ਦਿੱਤੀ ਜਿਸ ਦੀ ਆਮਦਨ ਜਿਹੜੀ ਸੀ 30,000 ਪਾਉਂਡ ਸੀ। ਸਾਲਾਨਾ ਇਹ ਤੋਂ ਇੰਨੀ ਆਮਦਨ ਜਿਹੜੀ ਸੀ ਉਹ ਪ੍ਰਾਪਤ ਹੁੰਦੀ ਸੀ। ਇਸ ਤਰ੍ਹਾਂ ਇੱਕ ਵੱਡਾ ਇਨਾਮ ਜਿਹੜਾ ਸੀ ਉਹ ਕਲਾਈਵ ਨੂੰ ਬੰਗਾਲ ਦੇ ਨਵਾਬ ਮੀਰ ਜ਼ਾਫਰ ਤੋਂ ਪ੍ਰਾਪਤ ਹੋਇਆ ਸੀ। ਸੈਕਿੰਡ, ਉਸ ਦੀ ਪ੍ਰਾਪਤੀ ਹੈ ਗਵਰਨਰ ਦੇ ਰੂਪ ਵਿੱਚ ਬੰਗਾਲ ਵਿੱਚ ਡੱਚਾਂ ਦੀ ਸ਼ਕਤੀ ਦਾ ਦਮਨ। ਅਜੇ ਤੱਕ ਆਪਾਂ ਡੱਚਾਂ ਬਾਰੇ ਨਹੀਂ ਪੜ੍ਹਿਆ। ਡੱਚ ਜਿਹੜੇ ਸੀ ਉਹ ਵੀ ਬੰਗਾਲ ਦੇ ਵਿੱਚ ਆਪਣੀ ਇੱਕ ਫੈਕਟਰੀ ਲਗਾ ਕੇ ਬੈਠੇ ਸੀ। ਬੰਗਾਲ ਦੇ ਵਿੱਚ ਚਿਨਸੁਰਾ ਨਾਮ ਦੇ ਸਥਾਨ ਉੱਤੇ ਡੱਚਾਂ ਦੀ ਬਸਤੀ ਸੀਗੀ ਜਿੱਥੇ ਉਹਨਾਂ ਨੇ ਆਪਣੀਆਂ ਫੈਕਟਰੀਆਂ ਲਗਾਈਆਂ ਹੋਈਆਂ ਸੀਗੀਆਂ, ਕਿਉਂਕਿ ਬੰਗਾਲ ਦੇ ਵਿੱਚ ਸੰਨ 1757 ਵਿੱਚ ਅੰਗਰੇਜ਼ਾਂ ਦੀ ਸ਼ਕਤੀ ਜਿਹੜੀ ਸੀ ਉਹ ਵਧਣੀ ਸ਼ੁਰੂ ਹੋ ਗਈ ਸੀ। ਇਸ ਕਰਕੇ ਹੁਣ ਡੱਚ ਜਿਹੜੇ ਸੀ ਉਹ ਅੰਗਰੇਜ਼ਾਂ ਦੇ ਨਾਲ ਈਰਖਾ ਕਰਨ ਲੱਗ ਗਏ ਔਰ ਅੰਗਰੇਜ਼ਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਬੰਗਾਲ ਦੇ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਸੀ ਅਤੇ ਬੰਗਾਲ ਦੇ ਵਿੱਚ ਆਪਣੀ ਸ਼ਕਤੀ ਨੂੰ ਡੱਚ ਜਿਹੜਾ ਸੀ ਉਹ ਵਧਾਉਣਾ ਚਾਹੁੰਦੇ ਸੀਗੇ। ਇਸ ਕਰਕੇ ਹੁਣ ਡੱਚਾਂ ਨੇ ਕੀ ਕੀਤਾ ਕਿ ਬੰਗਾਲ ਦੇ ਨਵਾਬ ਮੀਰ ਜ਼ਾਫਰ ਦੇ ਨਾਲ ਮਿਲ ਕੇ ਸਾਜ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਅੰਗਰੇਜ਼ਾਂ ਦੇ ਖਿਲਾਫ। ਅਤੇ ਉਸ ਤੋਂ ਬਾਅਦ ਉਹਨਾਂ ਨੇ ਚੁੱਪ ਚਪੀਤੇ ਸੰਨ 1759 ਦੇ ਵਿੱਚ 7 ਡੱਚ ਜਹਾਜ਼ ਜਿਹੜੇ ਸੀ ਉਹ ਅੰਗਰੇਜ਼ਾਂ ਉੱਤੇ ਹਮਲਾ ਕਰਨ ਲਈ ਗੰਗਾ ਨਦੀ ਵਿੱਚ ਆ ਗਏ। ਸੋ ਅੰਗਰੇਜ਼ਾਂ ਨੂੰ ਇਸ ਗੱਲ ਦੀ ਜਾਣਕਾਰੀ ਹੋ ਗਈ, ਜਿਸ ਕਰਕੇ ਕਲਾਈਵ ਨੇ ਹੁਣ ਬੜੀ ਸੋਚ ਸਮਝ ਕੇ ਫੈਸਲਾ ਲਿਆ ਔਰ ਉਸਨੇ ਕਰਨਲ ਫੋਰਡ ਨੂੰ ਜਿਹੜਾ ਸੀ ਉਹ ਡੱਚਾਂ ਦਾ ਸਾਹਮਣਾ ਕਰਨ ਵਾਸਤੇ ਇੱਕ ਵੱਡੀ ਸੈਨਾ ਦੇ ਕੇ ਭੇਜ ਦਿੱਤਾ ਅਤੇ ਬਡੇਰਾ ਨਾਮ ਦੇ ਸਥਾਨ ਉੱਤੇ ਡੱਚਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਹਰਾਇਆ ਗਿਆ। ਉਸ ਤੋਂ ਬਾਅਦ ਡੱਚਾਂ ਨੂੰ ਜਿਹੜਾ ਸੀ ਉਹ ਚਿਨਸੁਰਾ ਨਾਮ ਦੇ ਸਥਾਨ ਤੋਂ ਈਵਨ ਕਿ ਪੂਰੇ ਬੰਗਾਲ ਦੇ ਵਿੱਚੋਂ ਜਿਹੜਾ ਸੀ ਉਹ ਡੱਚਾਂ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਡੱਚ ਜਿਹੜੇ ਸੀ ਹਮੇਸ਼ਾ ਵਾਸਤੇ ਅੰਗਰੇਜ਼ਾਂ ਦੇ ਅਧੀਨ ਹੋ ਗਏ। ਤੀਸਰਾ ਪੁਆਇੰਟ ਹੈ ਉੱਤਰੀ ਸਰਕਾਰਾਂ ਦੇ ਵਿੱਚ ਫਰਾਂਸੀਸੀਆਂ ਦੀ ਹਾਰ। ਸਾਊਥ ਦੇ ਵਿੱਚ ਕਰਨਾਟਕ ਤੋਂ ਉੱਪਰ ਉੱਤਰੀ ਸਰਕਾਰ ਨਾਮ ਦੀ ਇੱਕ ਸਟੇਟ ਹੁੰਦੀ ਸੀਗੀ। ਇੱਥੇ ਫਰਾਂਸੀਸੀਆਂ ਦਾ ਕਬਜ਼ਾ ਸੀ। ਇਸ ਟਾਈਮ ਦੇ ਉੱਤੇ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਦਾ ਤੀਸਰਾ ਯੁੱਧ ਚੱਲ ਰਿਹਾ ਸੀ। ਇਸ ਟਾਈਮ ਦੇ ਉੱਤੇ ਕਲਾਈਵ ਨੇ ਸੋਚਿਆ ਕਿ ਕਿਉਂ ਨਾ ਫਰਾਂਸੀਸੀਆਂ ਦੇ ਇਸ ਏਰੀਏ ਦੇ ਉੱਤੇ ਹਮਲਾ ਕਰਕੇ ਇੱਥੋਂ ਫਰਾਂਸੀਸੀਆਂ ਨੂੰ ਬਾਹਰ ਕੱਢਿਆ ਜਾਵੇ। ਇਸ ਕਰਕੇ ਕਲਾਈਵ ਨੇ ਹੁਣ ਦੁਬਾਰਾ ਫੇਰ ਕਰਨਲ ਫੋਰਡ ਨੂੰ ਸੈਨਾ ਦੇ ਕੇ ਉੱਤਰੀ ਸਰਕਾਰ ਵੱਲ ਭੇਜਿਆ ਜਿੱਥੇ ਫਰਾਂਸੀਸੀਆਂ ਦਾ ਕਬਜ਼ਾ ਸੀ ਔਰ ਇੱਥੇ ਫਰਾਂਸੀਸੀ ਥੋੜ੍ਹੇ ਕਮਜ਼ੋਰ ਸੀਗੇ। ਇਸ ਕਰਕੇ ਉੱਤਰੀ ਸਰਕਾਰਾਂ ਦੇ ਉੱਤੇ ਹਮਲਾ ਕਰਕੇ ਫਰਾਂਸੀਸੀਆਂ ਨੂੰ ਇੱਥੋਂ ਬਾਹਰ ਕੱਢ ਦਿੱਤਾ ਗਿਆ। ਇਸ ਤਰ੍ਹਾਂ ਦੇ ਨਾਲ ਕਲਾਈਵ ਨੇ ਇਸ ਏਰੀਏ ਨੂੰ ਵੀ, ਉੱਤਰੀ ਸਰਕਾਰ ਵਾਲੀ ਸਟੇਟ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ। ਸੋ ਪਹਿਲੇ ਗਵਰਨਰੀ ਦੇ ਸ਼ਾਸਨ ਕਾਲ ਦੇ ਵਿੱਚ ਉਹਨੇ 3 ਕੰਮ ਕੀਤੇ ਸੀ। ਰਾਜਕੁਮਾਰ ਅਲੀ ਗੌਹਰ ਨੂੰ ਹਰਾਇਆ ਸੀ, ਡੱਚਾਂ ਦੀ ਸ਼ਕਤੀ ਦਾ ਦਮਨ ਕੀਤਾ ਅਤੇ ਉੱਤਰੀ ਸਰਕਾਰਾਂ ਦੇ ਵਿੱਚ ਫਰਾਂਸੀਸੀਆਂ ਨੂੰ ਹਰਾਉਣ ਦੇ ਵਿੱਚ ਕਾਮਯਾਬ ਹੋਇਆ। ਉਸ ਤੋਂ ਬਾਅਦ ਕਲਾਈਵ ਦੀ ਸਿਹਤ ਜਿਹੜੀ ਸੀ ਉਹ ਵਿਗੜਨੀ ਸ਼ੁਰੂ ਹੋ ਗਈ ਅਤੇ ਸੰਨ 1760 ਈਸਵੀ ਦੇ ਵਿੱਚ ਕਲਾਈਵ ਜਿਹੜਾ ਸੀ ਉਹ ਇੰਗਲੈਂਡ ਚਲਾ ਗਿਆ
ਸੋ ਇਸ ਤਰ੍ਹਾਂ ਦੇ ਨਾਲ ਉਹਦੀ ਪਹਿਲਾ ਗਵਰਨਰੀ ਸ਼ਾਸਨ ਕਾਲ ਜਿਹੜਾ ਸੀ ਉਹ ਪੂਰਾ ਹੋ ਗਿਆ। ਕਲਾਈਵ ਦੀ ਗਵਰਨਰੀ ਦਾ ਦੂਸਰਾ ਸ਼ਾਸਨ ਕਾਲ ਜਿਹੜਾ ਸ਼ੁਰੂ ਹੁੰਦਾ ਹੈ 1765 ਈਸਵੀ ਤੋਂ। ਸੋਚਣ ਵਾਲੀ ਗੱਲ ਇਹ ਹੈ ਕਿ ਬੰਗਾਲ ਦਾ ਦੂਸਰੀ ਵਾਰ ਗਵਰਨਰ ਜਿਹੜਾ ਸੀ ਉਹ ਕਲਾਈਵ ਨੂੰ ਕਿਉਂ ਬਣਾਇਆ ਗਿਆ ਸੀ, ਕਿਉਂਕਿ ਅਸੀਂ ਪੜ੍ਹਿਆ ਸੀ ਕਿ ਸੰਨ 1764 ਈਸਵੀ ਦੇ ਵਿੱਚ ਬਕਸਰ ਦੇ ਵਿੱਚ ਦੂਸਰੀ ਲੜਾਈ ਹੋਈ ਸੀ, ਔਰ ਕਿਉਂਕਿ ਕਲਾਈਵ ਜਿਹੜਾ ਸੀ ਉਹ ਇੰਗਲੈਂਡ ਵਾਪਸ ਜਾ ਚੁੱਕਾ ਸੀ ਸੰਨ 1760 ਈਸਵੀ ਦੇ ਵਿੱਚ। ਉਸ ਤੋਂ ਬਾਅਦ ਅੰਗਰੇਜ਼ ਅਧਿਕਾਰੀ ਜਿਹੜੇ ਸੀ ਉਹ ਕਾਫੀ ਜ਼ਿਆਦਾ ਸਵਾਰਥੀ ਹੋ ਗਏ ਸੀਗੇ। ਉਹਨਾਂ ਦੇ ਬਹੁਤ ਸਾਰੇ ਅੰਗਰੇਜ਼ੀ ਅਧਿਕਾਰੀਆਂ ਨੇ ਨਿੱਜੀ ਤੌਰ 'ਤੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ, ਔਰ ਇਸ ਵਪਾਰ ਨੂੰ ਰੋਕਣ ਵਾਸਤੇ ਮੀਰ ਕਾਸਿਮ ਨੇ ਬੰਗਾਲ ਦੇ ਵਿੱਚ ਬਹੁਤ ਸਾਰੀਆਂ ਪਾਬੰਦੀਆਂ ਲਗਾ ਦਿੱਤੀਆਂ ਸੀ, ਜਿਸ ਕਰਕੇ ਅੰਗਰੇਜ਼ ਅਧਿਕਾਰੀ ਜਿਹੜੇ ਸੀ ਉਹ ਨਾਰਾਜ਼ ਹੋ ਗਏ, ਜਿਸ ਕਰਕੇ ਉਹਨਾਂ ਨੇ ਮੀਰ ਕਾਸਿਮ ਨੂੰ ਗੱਦੀ ਤੋਂ ਉਤਾਰਨ ਬਾਰੇ ਸੋਚਿਆ। ਮੀਰ ਕਾਸਿਮ ਜਿਹੜਾ ਸੀ ਹੁਣ ਉਸਨੇ ਬੰਗਾਲ ਨੂੰ ਬਚਾਉਣ ਵਾਸਤੇ ਦਿੱਲੀ ਦੇ ਸਮਰਾਟ ਸ਼ਾਹ ਆਲਮ ਅਤੇ ਅਵਧ ਦੇ ਨਵਾਬ ਸਜਾਉਦ-ਦੌਲਾ ਦੇ ਕੋਲੋਂ ਹੈਲਪ ਮੰਗੀ ਸੀ, ਔਰ ਇਸ ਤਰ੍ਹਾਂ ਦੇ ਨਾਲ ਬਕਸਰ ਨਾਮ ਦੇ ਸਥਾਨ ਉੱਤੇ ਇੱਕ ਪਾਸੇ ਮੀਰ ਕਾਸਿਮ, ਸ਼ਾਹ ਆਲਮ ਅਤੇ ਸਜਾਉਦ-ਦੌਲਾ ਜਿਹੜਾ ਕਿ ਅਵਧ ਦਾ ਨਵਾਬ ਸੀ, ਇਹਨਾਂ ਤਿੰਨਾਂ ਦੀਆਂ ਸੈਨਾਵਾਂ ਲੜੀਆਂ ਅਤੇ ਦੂਸਰੇ ਪਾਸੇ ਜਿਹੜੇ ਸੀ ਉਹ ਅੰਗਰੇਜ਼ਾਂ ਦੀ ਸੈਨਾ ਲੜੀ ਬਕਸਰ ਨਾਮ ਦੇ ਸਥਾਨ 'ਤੇ ਸੰਨ 1764 ਈਸਵੀ ਵਿੱਚ। ਇਸ ਲੜਾਈ ਦੇ ਵਿੱਚ ਅੰਗਰੇਜ਼ਾਂ ਨੇ ਇਹਨਾਂ ਤਿੰਨਾਂ ਦੀਆਂ ਸੈਨਾਵਾਂ ਨੂੰ ਹਰਾ ਦਿੱਤਾ ਸੀ। ਇਸ ਤਰ੍ਹਾਂ ਦੇ ਨਾਲ ਮੀਰ ਕਾਸਿਮ ਜਿਹੜਾ ਸੀ ਉਹ ਇਸ ਲੜਾਈ ਵਿੱਚ ਹਾਰਨ ਤੋਂ ਬਾਅਦ ਦੌੜ ਗਿਆ ਸੀ, ਔਰ ਹੁਣ ਅੰਗਰੇਜ਼ਾਂ ਦੇ ਸਾਹਮਣੇ ਇਹ ਇੱਕ ਬਹੁਤ ਵੱਡੀ ਸਮੱਸਿਆ ਸੀ ਕਿ ਬੰਗਾਲ ਦੇ ਵਿੱਚ ਕੀ ਕੰਮ ਕੀਤੇ ਜਾਣ, ਸ਼ਾਹ ਆਲਮ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਵੇ ਅਤੇ ਅਵਧ ਦੇ ਨਵਾਬ ਸਜਾਉਦ-ਦੌਲਾ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਬਿਹੇਵ ਕੀਤਾ ਜਾਵੇ। ਸੋ ਇਹਨਾਂ ਸਾਰੇ ਮਸਲਿਆਂ ਨੂੰ ਸੁਲਝਾਉਣ ਵਾਸਤੇ ਕਲਾਈਵ ਨੂੰ 1765 ਈਸਵੀ ਦੇ ਵਿੱਚ ਬੰਗਾਲ ਦਾ ਦੁਬਾਰਾ ਤੋਂ ਗਵਰਨਰ ਬਣਾਇਆ ਗਿਆ ਸੀ, ਔਰ ਇਸ ਵਾਰ ਉਹਨੂੰ ਇੱਕ ਹੋਰ ਪਾਵਰ ਮਿਲ ਗਈ ਸੀ। ਗਵਰਨਰ ਦੇ ਨਾਲ ਨਾਲ ਉਸਨੂੰ ਬੰਗਾਲ ਦਾ ਪ੍ਰਧਾਨ ਸੈਨਾਪਤੀ ਵੀ ਜਿਹੜਾ ਸੀ ਉਹ ਬਣਾ ਦਿੱਤਾ ਗਿਆ ਸੀ, ਔਰ ਇਸ ਤਰ੍ਹਾਂ ਦੇ ਨਾਲ ਸ਼ੁਰੂ ਹੁੰਦਾ ਹੈ ਕਲਾਈਵ ਦੀ ਗਵਰਨਰੀ ਦਾ ਦੂਸਰਾ ਕਾਲ ਸੰਨ 1765 ਈਸਵੀ ਤੋਂ ਲੈ ਕੇ 1767 ਈਸਵੀ ਤੱਕ। ਇਸ ਟਾਈਮ ਦੇ ਛੋਟੇ ਜਿਹੇ ਕਾਲ ਦੇ ਦੌਰਾਨ ਉਸਨੇ 3 ਜਿਹੜੇ ਸੀ ਇੰਪੋਰਟੈਂਟ ਕੰਮ ਕੀਤੇ ਬੰਗਾਲ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਉਹਨੇ ਅੰਗਰੇਜ਼ੀ ਕੰਪਨੀ ਦੀ ਸੈਨਿਕ ਅਤੇ ਸਿਵਲ ਵਿਵਸਥਾ ਦੇ ਵਿੱਚ ਸੁਧਾਰ ਕੀਤਾ। ਉਸ ਤੋਂ ਬਾਅਦ ਉਸਨੇ ਬੰਗਾਲ ਦੇ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਅਤੇ ਤੀਸਰੇ ਨੰਬਰ 'ਤੇ ਵਿਦੇਸ਼ੀ ਨੀਤੀ ਵਿੱਚ ਸੁਧਾਰ ਕੀਤਾ। ਸੋ ਹੁਣ ਅਸੀਂ ਪੜ੍ਹਦੇ ਹਾਂ ਇਹਨਾਂ ਨੂੰ ਡਿਟੇਲ ਦੇ ਵਿੱਚ। ਹੁਣ ਅਸੀਂ ਜਾਣਾਂਗੇ ਕਿ ਕਲਾਈਵ ਨੇ ਆਪਣੀ ਗਵਰਨਰੀ ਦੇ ਦੂਜੇ ਸ਼ਾਸਨ ਕਾਲ ਦੇ ਵਿੱਚ ਕਿਹੜੇ ਸੀ ਸੈਨਿਕ ਅਤੇ ਸਿਵਲ ਵਿਵਸਥਾ ਦੇ ਵਿੱਚ ਕਿਹੜੇ ਸੁਧਾਰ ਕੀਤੇ। ਜਿਸ ਟਾਈਮ ਦੇ ਵਿੱਚ ਕਲਾਈਵ ਜਿਹੜਾ ਸੀ ਉਹ ਬੰਗਾਲ ਦਾ ਦੂਸਰੀ ਵਾਰ ਗਵਰਨਰ ਬਣ ਕੇ ਆਇਆ ਤਾਂ ਉਸਨੇ ਦੇਖਿਆ ਕਿ ਕੰਪਨੀ ਦੇ ਕਰਮਚਾਰੀ ਜਿਹੜੇ ਸੀ ਉਹ ਕਾਫੀ ਜ਼ਿਆਦਾ ਸਵਾਰਥੀ ਹੋ ਗਏ ਸੀ। ਬਹੁਤ ਸਾਰੇ ਕਰਮਚਾਰੀਆਂ ਨੇ ਨਿੱਜੀ ਤੌਰ 'ਤੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਔਰ ਕਾਫੀ ਜ਼ਿਆਦਾ ਪੈਸਾ ਕਮਾ ਰਹੇ ਸੀਗੇ। ਇਸ ਕਰਕੇ ਕਲਾਈਵ ਨੇ ਸਭ ਤੋਂ ਪਹਿਲਾਂ ਬੰਗਾਲ ਦੇ ਵਿੱਚ ਸੈਨਿਕ ਅਤੇ ਸਿਵਲ ਵਿਵਸਥਾ ਨੂੰ ਸੁਧਾਰਨ ਬਾਰੇ ਸੋਚਿਆ। ਔਰ ਇਸ ਲਈ ਉਸਨੇ ਕਿਹੜੇ ਕੰਮ ਕੀਤੇ ਉਹਦੇ ਬਾਰੇ ਜਾਣਾਂਗੇ ਆਪਾਂ। ਪਹਿਲੇ ਨੰਬਰ 'ਤੇ ਉਸਨੇ ਕੰਪਨੀ ਦੇ ਜਿੰਨੇ ਵੀ ਕਰਮਚਾਰੀ ਸੀ ਉਹਨਾਂ ਦੇ ਉੱਪਰ ਇਹ ਪਾਬੰਦੀ ਲਗਾ ਦਿੱਤੀ ਕਿ ਉਹ ਭਾਰਤੀਆਂ ਤੋਂ ਕਿਸੇ ਤਰ੍ਹਾਂ ਦੀ ਕੋਈ ਵੀ ਤੋਹਫੇ ਵਗੈਰਾ ਨਹੀਂ ਲੈਣਗੇ। ਕੰਪਨੀ ਦੇ ਜਿੰਨੇ ਵੀ ਕਰਮਚਾਰੀ ਸੀ, ਬਹੁਤ ਜ਼ਿਆਦਾ ਕਰਮਚਾਰੀ ਜਿਹੜੇ ਸੀ ਉਹ ਨਿੱਜੀ ਤੌਰ 'ਤੇ ਵਪਾਰ ਕਰ ਰਹੇ ਸੀ। ਕੰਪਨੀ ਦਾ ਵੱਖਰਾ ਵਪਾਰ ਹੋ ਰਿਹਾ ਸੀਗਾ ਭਾਰਤ ਦੇ ਨਾਲ, ਉੱਧਰੋਂ ਜਿਹੜੇ ਕਰਮਚਾਰੀ ਸੀਗੇ ਕੰਪਨੀ ਦੇ ਇਹ ਨਿੱਜੀ ਤੌਰ 'ਤੇ ਵਪਾਰ ਕਰ ਰਹੇ ਸੀਗੇ। ਸੋ ਇਸ ਕਰਕੇ ਕਲਾਈਵ ਨੇ ਸਭ ਤੋਂ ਪਹਿਲਾਂ ਤਾਂ ਇਹਨਾਂ ਕਰਮਚਾਰੀਆਂ ਦੇ ਕੋਲੋਂ ਇੱਕ ਆਗਿਆ ਪੱਤਰ ਦੇ ਉੱਤੇ ਦਸਤਖਤ ਕਰਵਾ ਲਏ ਕਿ ਉਹ ਭਾਰਤੀਆਂ ਦੇ ਕੋਲੋਂ ਕਿਸੇ ਤਰ੍ਹਾਂ ਦੇ ਕੋਈ ਵੀ ਤੋਹਫੇ ਨਹੀਂ ਲੈਣਗੇ। ਲੇਕਿਨ ਕਲਾਈਵ ਨੇ ਆਪ ਹੀ ਮੀਰ ਜ਼ਾਫਰ ਤੋਂ ਬਹੁਤ ਜ਼ਿਆਦਾ ਤੋਹਫੇ ਲਏ ਹੋਏ ਸੀਗੇ, ਜਿਸ ਕਰਕੇ ਬਹੁਤ ਸਾਰੇ ਕਰਮਚਾਰੀਆਂ ਨੇ ਕਲਾਈਵ ਦਾ ਵਿਰੋਧ ਕੀਤਾ। ਲੇਕਿਨ ਫਿਰ ਵੀ ਕਲਾਈਵ ਨੇ ਆਪਣਾ ਕੰਮ ਜਿਹੜਾ ਸੀ ਉਹ ਜਾਰੀ ਰੱਖਿਆ। ਸੈਕਿੰਡ ਜਿਹੜਾ ਕੰਮ ਹੈ ਉਸਨੇ ਦੇਖਿਆ ਕਿ ਕੰਪਨੀ ਦੇ ਬਹੁਤ ਸਾਰੇ ਕਰਮਚਾਰੀ ਜਿਹੜੇ ਨਿੱਜੀ ਤੌਰ 'ਤੇ ਵਪਾਰ ਕਰ ਰਹੇ ਆ ਉਹ ਬੰਗਾਲ ਵਿੱਚ ਕਿਸੇ ਵੀ ਚੁੰਗੀ ਦੇ ਉੱਤੇ ਕੋਈ ਵੀ ਟੈਕਸ ਨਹੀਂ ਦੇ ਰਹੇ, ਔਰ ਨਾਲ ਦੀ ਨਾਲ ਉਹ ਭਾਰਤ ਦੇ ਵਪਾਰੀਆਂ ਨੂੰ ਆਪਣੇ ਦਸਤਕ ਵਾਲਾ ਜਿਹੜਾ ਪੇਪਰ ਆ ਉਹ ਵੇਚ ਕੇ ਉਸ ਤੋਂ ਬਹੁਤ ਜ਼ਿਆਦਾ ਪੈਸਾ ਕਮਾ ਰਹੇ ਆ। ਸਭ ਤੋਂ ਪਹਿਲਾਂ ਪਾਬੰਦੀ ਕਲਾਈਵ ਨੇ ਇਹ ਲਗਾਈ ਕਿ ਜਿਹੜੇ ਵੀ ਵਪਾਰੀ ਕੰਪਨੀ ਦੇ ਕਰਮਚਾਰੀ ਨਿੱਜੀ ਤੌਰ ਤੇ ਵਪਾਰ ਕਰ ਰਹੇ ਆ ਉਹਨਾਂ ਨੂੰ ਹਰੇਕ ਜਗ੍ਹਾ ਦੇ ਉੱਤੇ ਬੰਗਾਲ ਵਿੱਚ ਚੁੰਗੀ ਟੈਕਸ ਦੇਣਾ ਪਏਗਾ। ਦੂਸਰੇ ਨੰਬਰ 'ਤੇ ਆਪਾਂ ਜਾਣਦੇ ਹਾਂ ਕਿ ਦਸਤਕ ਕੀ ਹੁੰਦਾ ਸੀ। ਦਸਤਕ ਇੱਕ ਪੇਪਰ ਸੀ ਜਿਹੜਾ ਕਿ 1716 ਦੇ ਵਿੱਚ ਅੰਗਰੇਜ਼ਾਂ ਨੇ ਦਿੱਲੀ ਦੇ ਸਮਰਾਟ ਫਰੂਕਸੀਅਰ ਤੋਂ ਇੱਕ ਲੈਟਰ ਜਿਹੜਾ ਸੀ ਉਹ ਹਾਸਿਲ ਕੀਤਾ ਸੀ, ਔਰ ਉਸ ਲੈਟਰ ਨੂੰ ਦਸਤਕ ਕਿਹਾ ਜਾਂਦਾ ਸੀ।
ਇਸ ਦਸਤਕ ਦੇ ਨਾਲ ਉਹਨਾਂ ਨੂੰ ਬੰਗਾਲ ਦੇ ਵਿੱਚ ਵਪਾਰ ਕਰਨ ਦੀਆਂ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਸੀ ਉਹ ਮਿਲ ਗਈਆਂ ਸੀਗੀਆਂ। ਲੇਕਿਨ ਹੁਣ ਕੀ ਕੀਤਾ ਕਿ ਕੰਪਨੀ ਦੇ ਕਰਮਚਾਰੀਆਂ ਨੇ, ਜਿਹਦੇ ਕੋਲ ਵੀ ਦਸਤਕ ਹੁੰਦਾ ਸੀ, ਜਿਹੜੇ ਨਿੱਜੀ ਤੌਰ 'ਤੇ ਵਪਾਰ ਕਰਦੇ ਸੀ, ਉਹਨਾਂ ਨੇ ਭਾਰਤ ਦੇ ਵਪਾਰੀਆਂ ਨੂੰ ਇਹ ਦਸਤਕ ਵੇਚਣੇ ਸ਼ੁਰੂ ਕਰ ਦਿੱਤੇ। ਔਰ ਹੁਣ ਭਾਰਤ ਦੇ ਵਪਾਰੀ ਵੀ ਬਿਨਾਂ ਕੋਈ ਟੈਕਸ ਦਿੱਤੇ ਬੰਗਾਲ ਦੇ ਵਿੱਚ ਵਪਾਰ ਕਰਨ ਲੱਗ ਪਏ। ਇਸ ਕਰਕੇ ਭਾਰਤ ਦੇ ਵਪਾਰੀ ਜਿਹੜੇ ਸੀ ਇਹ ਦਸਤਕ ਹਾਸਲ ਕਰਨ ਵਾਸਤੇ ਅੰਗਰੇਜ਼ਾਂ ਨੂੰ ਪੈਸਾ ਦਿੰਦੇ ਸੀ, ਅੰਗਰੇਜ਼ੀ ਕਰਮਚਾਰੀਆਂ ਨੂੰ, ਅੰਗਰੇਜ਼ੀ ਵਪਾਰੀਆਂ ਨੂੰ। ਇਸ ਤਰ੍ਹਾਂ ਦੇ ਨਾਲ ਦਸਤਕ ਦਾ ਜਿਹੜਾ ਸੀ ਉਹ ਗਲਤ ਇਸਤੇਮਾਲ ਹੋ ਰਿਹਾ ਸੀ। ਸੋ ਇਸ ਕਰਕੇ ਕਲਾਈਵ ਨੇ ਇਸ ਪ੍ਰਥਾ ਨੂੰ ਵੀ ਜਿਹੜਾ ਸੀ ਉਹ ਬੰਦ ਕਰ ਦਿੱਤਾ ਕਿ ਕੋਈ ਵੀ ਕੰਪਨੀ ਦਾ ਕਰਮਚਾਰੀ ਆਪਣੇ ਦਸਤਕ ਨੂੰ ਵੇਚ ਨਹੀਂ ਸਕਦਾ। ਤੀਸਰੇ ਨੰਬਰ ਦੇ ਉੱਤੇ ਕਲਾਈਵ ਨੇ ਫਿਰ ਕੰਪਨੀ ਦੇ ਜਿੰਨੇ ਵੀ ਕਰਮਚਾਰੀ ਸੀ ਉਹਨਾਂ ਦੀ ਤਨਖਾਹ ਵਧਾਉਣ ਦੀ ਸਲਾਹ ਦਿੱਤੀ ਸੀ ਕੰਪਨੀ ਦੇ ਡਾਇਰੈਕਟਰਾਂ ਨੂੰ, ਲੇਕਿਨ ਉਸ ਦੀ ਇਸ ਸਲਾਹ ਨੂੰ ਮੰਨਿਆ ਨਹੀਂ ਗਿਆ। ਤਨਖਾਹਾਂ ਵਧਾਉਣ ਲਈ ਇਸ ਲਈ ਕਿਹਾ ਗਿਆ ਸੀ ਤਾਂ ਕਿ ਕੰਪਨੀ ਦਾ ਕੋਈ ਵੀ ਕਰਮਚਾਰੀ ਜਿਹੜਾ ਕਿ ਨਿੱਜੀ ਤੌਰ 'ਤੇ ਵਪਾਰ ਕਰ ਰਿਹਾ ਆ, ਕਿ ਉਹ ਕੋਈ ਵੀ ਹੇਰਾ ਫੇਰੀ ਨਾ ਕਰੇ ਜਾਂ ਗਲਤ ਤਰੀਕੇ ਨਾਲ ਪੈਸਾ ਨਾ ਕਮਾਵੇ। ਜੇਕਰ ਉਹਨਾਂ ਦੀ ਤਨਖਾਹ ਹੀ ਜ਼ਿਆਦਾ ਹੋਏਗੀ ਤਾਂ ਫਿਰ ਉਹ ਗਲਤ ਤਰੀਕੇ ਨਾਲ ਪੈਸਾ ਨਹੀਂ ਕਮਾਉਗੇ। ਲੇਕਿਨ ਕੰਪਨੀ ਦੇ ਡਾਇਰੈਕਟਰਾਂ ਨੇ ਉਸ ਦੀ ਇਸ ਸਲਾਹ ਨੂੰ ਨਹੀਂ ਮੰਨਿਆ, ਜਿਸ ਕਰਕੇ ਕਲਾਈਵ ਨੇ ਸਾਰੇ ਕਰਮਚਾਰੀਆਂ ਦੀ ਇੱਕ ਵਪਾਰਕ ਸੁਸਾਇਟੀ ਜਿਹੜੀ ਸੀ ਉਹ ਬਣਾ ਦਿੱਤੀ। ਇਸ ਵਪਾਰਕ ਸੁਸਾਇਟੀ ਨੂੰ 3 ਚੀਜ਼ਾਂ ਜਿਹੜੀਆਂ ਸੀ, ਲੂਣ, ਪਾਨ ਅਤੇ ਤੰਬਾਕੂ ਦਾ ਠੇਕਾ ਦਿੱਤਾ ਗਿਆ ਸੀ ਕਿ ਇਹਨਾਂ ਨੇ ਇਹਨਾਂ 3 ਚੀਜ਼ਾਂ ਤੋਂ ਟੈਕਸ ਜਿਹੜਾ ਉਹ ਪ੍ਰਾਪਤ ਕਰਨਾ। ਔਰ ਇਸ ਤੋਂ ਜਿਹੜਾ ਵੀ ਪ੍ਰੋਫਿਟ ਹੋਏਗਾ ਉਹ ਕੰਪਨੀ ਦੇ ਜਿੰਨੇ ਵੀ ਕਰਮਚਾਰੀ ਹੋਣਗੇ ਉਹਨਾਂ ਦੀ ਸਿਚੁਏਸ਼ਨ ਦੇ ਅਕੋਰਡਿੰਗ, ਉਹਨਾਂ ਦੇ ਅਹੁਦੇ ਦੇ ਅਕੋਰਡਿੰਗ ਉਹਨਾਂ ਦੇ ਵਿੱਚੋਂ ਪ੍ਰੋਫਿਟ ਜਿਹੜਾ ਉਹ ਵੰਡਿਆ ਜਾਊਗਾ। ਲੇਕਿਨ 1767 ਵਿੱਚ ਕੰਪਨੀ ਦੇ ਡਾਇਰੈਕਟਰਾਂ ਨੇ ਇਸ ਸੁਸਾਇਟੀ ਨੂੰ ਬੰਦ ਕਰ ਦਿੱਤਾ। ਉਸ ਤੋਂ ਬਾਅਦ ਅਗਲਾ ਕੰਮ ਕਲਾਈਵ ਨੇ ਕੀਤਾ, ਉਸਨੇ ਮਦਰਾਸ ਤੋਂ ਬਹੁਤ ਸਾਰੇ ਯੋਗ ਅਧਿਕਾਰੀ ਬੁਲਾ ਕੇ ਬੰਗਾਲ ਦੇ ਵਿੱਚ ਉੱਚੇ ਅਹੁਦਿਆਂ ਦੇ ਲਗਾ ਦਿੱਤੇ ਔਰ ਇਹਨਾਂ ਦੀ ਹੈਲਪ ਦੇ ਨਾਲ ਬੰਗਾਲ ਦੀ ਜਿਹੜੀ ਸ਼ਾਸਨ ਵਿਵਸਥਾ ਸੀ ਉਹਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸੁਧਾਰ ਕੀਤੇ। ਔਰ ਇਹਨਾਂ ਕਰਮਚਾਰੀਆਂ ਨੇ ਬੰਗਾਲ ਦੇ ਵਿੱਚ ਬਹੁਤ ਚੰਗੇ ਕੰਮ ਕੀਤੇ। ਉਸ ਤੋਂ ਬਾਅਦ ਅਗਲਾ ਕੰਮ ਕੀਤਾ ਕਲਾਈਵ ਨੇ, ਇੱਕ ਲਾਰਡ ਕਲਾਈਵ ਆਪਣੇ ਹੀ ਨਾਮ 'ਤੇ ਉਸਨੇ ਇੱਕ ਫੰਡ ਜਿਹੜਾ ਸੀ ਉਹ ਸ਼ੁਰੂ ਕੀਤਾ। ਔਰ ਇਹਦੀ ਸਹੂਲਤ ਇਹ ਸੀ ਕਿ ਕੰਪਨੀ ਦੇ ਕਿਸੇ ਵੀ ਕਰਮਚਾਰੀ ਦੀ ਅਗਰ ਡੈਥ ਹੋ ਜਾਂਦੀ ਸੀ ਤਾਂ ਉਸ ਦੀ ਡੈਥ ਤੋਂ ਬਾਅਦ ਇਸ ਫੰਡ ਦੇ ਵਿੱਚੋਂ ਉਸ ਕਰਮਚਾਰੀ ਦੇ ਪਰਿਵਾਰ ਦੀ ਜਿਹੜੀ ਸੀ ਉਹ ਪੂਰੀ ਹੈਲਪ ਕੀਤੀ ਜਾਂਦੀ ਸੀ। ਉਸ ਤੋਂ ਬਾਅਦ ਨੈਕਸਟ ਜਿਹੜੀ ਹੈ ਕੰਮ ਉਹਨੇ ਕੀਤਾ, ਦੋਹਰੇ ਭੱਤੇ ਦੀ ਪ੍ਰਥਾ ਬੰਦ ਕੀਤੀ ਕਲਾਈਵ ਨੇ। ਦੋਹਰਾ ਭੱਤਾ ਕੀ ਹੁੰਦਾ ਸੀ? ਭੱਤਾ ਮੀਨਸ ਪੈਸੇ ਜਾਂ ਤਨਖਾਹ, ਜਿਹਨੂੰ ਆਪਾਂ ਭੱਤਾ ਕਹਿੰਦੇ, ਆਉਣ ਜਾਣ ਦਾ ਕਿਰਾਇਆ। ਉਸ ਟਾਈਮ ਦੇ ਉੱਤੇ ਕੰਪਨੀ ਦੇ ਜਿਹੜੇ ਕਰਮਚਾਰੀ ਲੜਾਈ ਦੇ ਮੈਦਾਨ ਵਿੱਚ ਲੜਦੇ ਹੁੰਦੇ ਸੀ ਤਾਂ ਉਹਨਾਂ ਨੂੰ 2 ਕਿਸਮ ਦਾ ਭੱਤਾ ਦਿੱਤਾ ਜਾਂਦਾ ਸੀ ਉਸ ਲੜਾਈ ਦੇ ਵਿੱਚ ਲੜਨ ਵਾਸਤੇ। ਇੱਕ ਤਾਂ ਭੱਤਾ ਜਾਣੀ ਪੈਸੇ ਉਹਨਾਂ ਨੂੰ ਕੰਪਨੀ ਦੇ ਜਿਹੜਾ ਖਜ਼ਾਨਾ ਹੁੰਦਾ ਸੀ ਉਹਦੇ ਵਿੱਚੋਂ ਉਹਨਾਂ ਨੂੰ ਮਿਲਦਾ ਸੀ। ਔਰ ਉਹ ਭੱਤਾ ਕਦੋਂ ਮਿਲਦਾ ਸੀ? ਜਦੋਂ ਕੰਪਨੀ ਟੈਕਸ ਦੀ ਜਿਹੜੀ ਪ੍ਰਾਪਤੀ ਕਰ ਲੈਂਦੀ ਸੀ, ਜਾਣੀ ਕਿ ਦੀਵਾਨੀ ਜਦੋਂ ਉਹਨੂੰ ਹਾਸਲ ਹੋ ਜਾਂਦੀ ਸੀ ਤਾਂ ਉਹਨਾਂ ਪੈਸਿਆਂ ਦੇ ਵਿੱਚੋਂ ਭੱਤੇ ਦੇ ਤੌਰ ਦੇ ਉੱਤੇ ਕੰਪਨੀ ਦੇ ਕਰਮਚਾਰੀਆਂ ਨੂੰ ਜਿਹੜੀ ਲੜਾਈ ਦੇ ਮੈਦਾਨ ਵਿੱਚ ਲੜ ਰਹੇ ਹੁੰਦੇ ਸੀ ਉਹਦੇ ਵਿੱਚੋਂ ਭੱਤਾ ਦਿੱਤਾ ਜਾਂਦਾ ਸੀ। ਦੂਸਰੇ ਨੰਬਰ ਦੇ ਉੱਤੇ ਫਿਰ ਕੰਪਨੀ ਦੇ ਕਰਮਚਾਰੀਆਂ ਨੂੰ ਜਿਹੜੇ ਲੜਾਈ ਦੇ ਮੈਦਾਨ ਵਿੱਚ ਲੜਦੇ ਸੀ ਉਹਨਾਂ ਨੂੰ ਬੰਗਾਲ ਦੇ ਨਵਾਬ ਦੇ ਖਜ਼ਾਨੇ ਵਿੱਚੋਂ ਵੀ ਭੱਤਾ ਮਿਲਦਾ ਸੀ। ਇਸ ਤਰ੍ਹਾਂ ਦੇ ਨਾਲ ਦੋਹਰਾ ਭੱਤਾ ਮਿਲਦਾ ਸੀ, ਕੰਪਨੀ ਦੇ ਖਜ਼ਾਨੇ ਵਿੱਚੋਂ ਵੀ ਅਤੇ ਬੰਗਾਲ ਦੇ ਨਵਾਬ ਦੇ ਖਜ਼ਾਨੇ ਵਿੱਚੋਂ ਵੀ। ਲੇਕਿਨ ਕਲਾਈਵ ਨੇ ਸੋਚਿਆ ਕਿ ਇਸ ਤਰ੍ਹਾਂ ਦੇ ਨਾਲ ਤਾਂ ਦੋਹਰਾ ਨੁਕਸਾਨ ਹੋ ਰਿਹਾ ਹੈ ਕਿ ਕੰਪਨੀ ਦੇ ਖਜ਼ਾਨੇ ਵਿੱਚੋਂ ਵੀ ਪੈਸਾ ਜਾ ਰਿਹਾ ਅਤੇ ਬੰਗਾਲ ਦੇ ਨਵਾਬ ਦੇ ਖਜ਼ਾਨੇ ਵਿੱਚੋਂ ਵੀ ਜਾ ਰਿਹਾ ਆ। ਔਰ ਇਸ ਕਰਕੇ ਹੁਣ ਉਹਨੇ ਇਹਦੇ ਉੱਤੇ ਰੋਕ ਲਗਾ ਦਿੱਤੀ। ਇਸ ਪ੍ਰਥਾ ਨੂੰ ਜਿਹੜਾ ਸੀ ਉਹਨੇ 1766 ਦੇ ਵਿੱਚ ਬੰਦ ਕਰਤਾ, ਦੋਹਰੇ ਭੱਤੇ ਦੀ ਪ੍ਰਥਾ ਨੂੰ। ਹੁਣ ਉਹਨੇ ਇਹ ਕਹਿ ਦਿੱਤਾ ਕਿ ਜਿਹੜੇ ਵੀ ਕਰਮਚਾਰੀ ਲੜਾਈ ਦੇ ਮੈਦਾਨ ਵਿੱਚ ਹੋਣਗੇ ਸਿਰਫ ਉਹਨਾਂ ਨੂੰ ਹੀ ਭੱਤਾ ਦਿੱਤਾ ਜਾਏਗਾ ਔਰ ਉਹ ਵੀ ਸਿਰਫ 50%। ਸੋ ਇਸ ਗੱਲ ਤੋਂ ਨਾਰਾਜ਼ ਹੋ ਕੇ ਕੰਪਨੀ ਦੇ ਬਹੁਤ ਸਾਰੇ ਕਰਮਚਾਰੀਆਂ ਨੇ, ਲਗਭਗ 100 ਕਰਮਚਾਰੀਆਂ ਨੇ ਤਿਆਗ ਪੱਤਰ ਦੇ ਦਿੱਤੇ। ਕਲਾਈਵ ਨੇ ਇਹ ਤਿਆਗ ਪੱਤਰ ਜਿਹੜੇ ਸੀ ਉਹ ਸਵੀਕਾਰ ਕਰ ਲਏ। ਇਸ ਤਰ੍ਹਾਂ ਦੇ ਨਾਲ ਉਸਨੇ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਹੀ ਬੰਗਾਲ ਦੀ ਜਿਹੜੀ ਸੀ ਸੈਨਿਕ ਅਤੇ ਸਿਵਲ ਵਿਵਸਥਾ ਦੇ ਵਿੱਚ ਸੁਧਾਰ ਕੀਤਾ। ਭਾਰਤੀਆਂ ਤੋਂ ਤੋਹਫੇ ਲੈਣ 'ਤੇ ਪਾਬੰਦੀ ਲਗਾਤੀ, ਬਿਨਾਂ ਚੁੰਗੀ ਦਿੱਤੇ ਵਪਾਰ ਦੀ ਸਹੂਲਤ ਬੰਦ ਕਰਤੀ, ਦਸਤਕ ਵੇਚਣ ਦੀ ਪ੍ਰਥਾ ਵੀ ਬੰਦ ਕੀਤੀ, ਵਪਾਰਕ ਸੁਸਾਇਟੀ ਕਾਇਮ ਕੀਤੀ, ਉੱਚੇ ਅਹੁਦਿਆਂ ਦੇ ਉੱਤੇ ਯੋਗ ਅਧਿਕਾਰੀਆਂ ਨੂੰ ਲਗਾਇਆ, ਕਲਾਈਵ ਫੰਡ ਜਿਹੜਾ ਸੀ ਉਹਨੇ ਚਲਾਇਆ ਅਤੇ ਦੋਹਰੇ ਦੀ ਭੱਤੇ ਦੀ ਪ੍ਰਥਾ ਜਿਹੜੀ ਸੀ ਉਹਨੇ ਬੰਦ ਕਰ ਦਿੱਤੀ। ਥੈਂਕ ਯੂ ਜੀ।